ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਤੁਹਾਡਾ 8th ਕਲਾਸ ਦਾ ਪੈਸ ਦਾ ਸਮਾਜਿਕ ਸਿੱਖਿਆ ਦਾ ਪੇਪਰ ਜੋ ਕਿ 19 ਨਵੰਬਰ 2020 ਨੂੰ ਹੋਇਆ ਉਸ ਨੂੰ ਹੱਲ ਕਰਾਂਗੇ। ਸਾਡਾ ਪਹਿਲਾ ਪ੍ਰਸ਼ਨ ਹੈ, ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਅਸੀਂ ਰੋਜ਼ਾਨਾ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ। ਇੱਕ ਸਮਾਂ ਅਜਿਹਾ ਆਏਗਾ ਕਿ ਸਾਡੇ ਕੋਲ ਇਹਨਾਂ ਪਦਾਰਥਾਂ ਦੀ ਕਮੀ ਜਾਂ ਅਣਹੋਂਦ ਹੋ ਜਾਏਗੀ। ਬੱਚਿਓ, ਕੀ ਤੁਸੀਂ ਦੱਸ ਸਕਦੇ ਹੋ ਕਿ ਪੈਟਰੋਲੀਅਮ ਪਦਾਰਥ ਕਿਹੜੇ ਸਾਧਨ ਹਨ? ਆਪਸ਼ਨਸ ਨੇ ਨਾ ਮੁੱਕਣਯੋਗ ਸਾਧਨ, ਮੁੱਕਣਯੋਗ ਸਾਧਨ, ਵਿਕਸਿਤ ਸਾਧਨ, ਸੰਭਾਵਿਤ ਸਾਧਨ। ਸਹੀ ਉੱਤਰ ਹੈ ਮੁੱਕਣਯੋਗ ਸਾਧਨ। ਅਗਲਾ ਪ੍ਰਸ਼ਨ ਹੈ, ਉਹ ਕੁਦਰਤੀ ਪਦਾਰਥ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੋਏ ਹਨ ਅਤੇ ਧਰਤੀ ਵਿੱਚੋਂ ਨਿਕਲਦੇ ਹਨ, ਇਹਨਾਂ ਦੀ ਇੱਕ ਖਾਸ ਰਸਾਇਣਿਕ ਬਣਤਰ ਹੁੰਦੀ ਹੈ। ਜਿਹੜੇ ਆਪਣੇ ਭੌਤਿਕ ਅਤੇ ਰਸਾਇਣਿਕ ਗੁਣਾਂ ਕਾਰਨ ਪਛਾਣੇ ਜਾਂਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨਸ ਨੇ ਖਣਿਜ ਪਦਾਰਥ, ਸ਼ਕਤੀ ਸਾਧਨ, ਊਰਜਾ ਦੇ ਸਾਧਨ, ਮਨੁੱਖੀ ਸਾਧਨ। ਸਹੀ ਉੱਤਰ ਹੈ ਖਣਿਜ ਪਦਾਰਥ। ਅਗਲਾ ਪ੍ਰਸ਼ਨ, ਉਹ ਪੁਰਤਗਾਲੀ ਕਪਤਾਨ ਦਾ ਕੀ ਨਾਂ ਸੀ ਜੋ ਸਮੁੰਦਰੀ ਰਸਤੇ ਭਾਰਤ ਵਿੱਚ ਸਭ ਤੋਂ ਪਹਿਲਾਂ 1498 ਈਸਵੀ ਵਿੱਚ ਪਹੁੰਚਿਆ, ਜਿਸ ਤੋਂ ਉਤਸ਼ਾਹਿਤ ਹੋ ਕੇ ਪੁਰਤਗਾਲੀਆਂ ਨੇ ਭਾਰਤ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੱਤਾ? ਮੈਕਸਨੀਜ਼, ਕੋਟਲਿਆ, ਵਾਸਕੋ ਡੀ ਗਾਮਾ, ਉਪਰੋਕਤ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਵਾਸਕੋ ਡੀ ਗਾਮਾ। ਵਿਦਿਆਰਥੀਓ, ਤੁਸੀਂ ਸਾਰੇ ਜਾਣਦੇ ਹੋ ਕਿ 1857 ਈਸਵੀ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਭਿਆਨਕ ਵਿਦਰੋਹ ਹੋਇਆ, ਜਿਸ ਨੂੰ ਕੁਝ ਇਤਿਹਾਸਕਾਰਾਂ ਨੇ ਸੈਨਿਕ ਵਿਦਰੋਹ ਦਾ ਨਾਮ ਦਿੱਤਾ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਵਿਦਰੋਹ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਆਪਸ਼ਨਸ ਨੇ ਭਾਰਤੀ ਇਤਿਹਾਸ ਦਾ ਵਿਦਰੋਹ, ਅੰਗਰੇਜ਼ਾਂ ਤੇ ਭਾਰਤੀਆਂ ਦੀ ਜੰਗ, ਸੁਤੰਤਰਤਾ ਦੀ ਪਹਿਲੀ ਲੜਾਈ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੱਚਿਓ, ਸਹੀ ਉੱਤਰ ਹੈ ਸੁਤੰਤਰਤਾ ਦੀ ਪਹਿਲੀ ਲੜਾਈ। 18ਵੀਂ ਸਦੀ ਵਿੱਚ ਕਿਹੜੇ ਦੇਸ਼ ਵਿੱਚ ਉਦਯੋਗਿਕ ਕ੍ਰਾਂਤੀ ਆਈ, ਜਿਸ ਦੇ ਆਉਣ ਨਾਲ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਵੱਡੇ-ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ ਅਤੇ ਭਾਰਤ ਵਿੱਚੋਂ ਕੱਚਾ ਮਾਲ ਉੱਥੇ ਭੇਜਿਆ ਜਾਣ ਲੱਗਾ? ਆਪਸ਼ਨਸ ਨੇ ਅਮਰੀਕਾ, ਚੀਨ, ਰੂਸ, ਇੰਗਲੈਂਡ। ਸਹੀ ਉੱਤਰ ਹੈ ਇੰਗਲੈਂਡ। ਇੱਕ ਅੰਗਰੇਜ਼ ਅਧਿਕਾਰੀ ਨੇ ਭਾਰਤ ਵਿੱਚ ਸਿਵਲ ਸਰਵਿਸ ਦਾ ਆਰੰਭ ਕੀਤਾ ਅਤੇ ਉਸਨੇ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਅਧਿਕਾਰੀਆਂ ਦੀਆਂ ਤਨਖਾਹਾਂ ਵਧਾ ਦਿੱਤੀਆਂ। ਤੁਸੀਂ ਉਸ ਅਧਿਕਾਰੀ ਦਾ ਨਾਂ ਦੱਸੋ। ਆਪਸ਼ਨਸ ਨੇ ਸਾਡੇ ਕੋਲ ਲਾਰਡ ਕਾਰਨਵਾਲਿਸ, ਲਾਰਡ ਡਲਹੌਜ਼ੀ, ਵਾਰਨ ਹੇਸਟਿੰਗਸ, ਥਾਮਸ ਮੁਨਰੋ। ਤਾਂ ਉਸਦਾ ਨਾਮ ਸੀ ਲਾਰਡ ਕਾਰਨਵਾਲਿਸ। ਸਾਡੇ ਸੰਵਿਧਾਨ ਦੇ ਨਿਰਮਾਤਾ ਰਾਸ਼ਟਰੀ ਏਕਤਾ ਕਾਇਮ ਰੱਖਣ ਦੇ ਚਾਹਵਾਨ ਸਨ। ਇਸ ਆਦਰਸ਼ ਦੀ ਪ੍ਰਾਪਤੀ ਲਈ 42ਵੀਂ ਸੋਧ ਰਾਹੀਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸ਼ਾਮਿਲ ਕੀਤਾ ਗਿਆ? ਅਧਿਕਾਰ, ਕਰਤੱਵ, ਅਖੰਡਤਾ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪਿਆਰੇ ਬੱਚਿਓ, ਅਖੰਡਤਾ ਸ਼ਬਦ ਸ਼ਾਮਿਲ ਕੀਤਾ ਗਿਆ ਸੀ। ਸੰਵਿਧਾਨ ਦੀ ਉਹ ਕਿਹੜੀ ਧਾਰਾ ਹੈ ਜਿਸ ਦੇ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਰੰਗ ਅਤੇ ਨਸਲ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਤੇ ਸਾਰਿਆਂ ਨੂੰ ਬਰਾਬਰ ਸਮਝਿਆ ਜਾਏਗਾ? ਆਪਸ਼ਨਸ ਨੇ ਧਾਰਾ 15, ਧਾਰਾ 32, ਧਾਰਾ 25, ਧਾਰਾ 45। ਸਹੀ ਉੱਤਰ ਹੈ ਧਾਰਾ 15। ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀਆਂ ਨੀਤੀਆਂ ਦਾ ਮੁੱਖ ਉਦੇਸ਼ ਭਾਰਤ ਵਿੱਚ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ। ਅੰਗਰੇਜ਼ਾਂ ਨੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਲਗਾਨ ਪ੍ਰਣਾਲੀ ਭਾਰਤ ਵਿੱਚ ਲਾਗੂ ਕੀਤੀ? ਰਈਅਤਵਾੜੀ ਪ੍ਰਬੰਧ, ਮਹਿਲਵਾੜੀ ਪ੍ਰਬੰਧ, ਸਥਾਈ ਬੰਦੋਬਸਤ, ਉਪਰੋਕਤ ਸਾਰੀਆਂ। ਤਾਂ ਬੱਚਿਓ, ਅੰਗਰੇਜ਼ਾਂ ਨੇ ਇਹ ਸਾਰੀਆਂ ਹੀ ਪ੍ਰਣਾਲੀਆਂ ਭਾਰਤ ਵਿੱਚ ਲਾਗੂ ਕੀਤੀਆਂ। ਸਹੀ ਉੱਤਰ ਹੈ ਉਪਰੋਕਤ ਸਾਰੀਆਂ। ਮੈਸੂਰ ਦਾ ਉਹ ਕਿਹੜਾ ਸੁਲਤਾਨ ਸੀ ਜੋ ਹੈਦਰ ਅਲੀ ਤੋਂ ਬਾਅਦ ਨਵਾਂ ਸੁਲਤਾਨ ਬਣਿਆ ਅਤੇ ਅੰਗਰੇਜ਼ਾਂ ਦੇ ਨਾਲ ਲੜਦਾ ਹੋਇਆ ਸ਼੍ਰੀਰੰਗਾਪਟਨਮ ਵਿੱਚ ਮਾਰਿਆ ਗਿਆ? ਆਪਸ਼ਨਸ ਨੇ ਪੇਸ਼ਵਾ ਬਾਜੀਰਾਓ, ਟੀਪੂ ਸੁਲਤਾਨ, ਸ਼ਿਵਾਜੀ ਭੋਂਸਲੇ। ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਟੀਪੂ ਸੁਲਤਾਨ। ਨਾ ਮੁੱਕਣਯੋਗ ਸਾਧਨਾਂ ਵਿੱਚ ਕੀ ਸ਼ਾਮਿਲ ਹੈ? ਸੂਰਜ ਦੀ ਰੋਸ਼ਨੀ, ਹਵਾ, ਉਪਰੋਕਤ ਦੋਨੋਂ, ਪੈਟਰੋਲੀਅਮ ਪਦਾਰਥ। ਤਾਂ ਪਿਆਰੇ ਬੱਚਿਓ, ਸਹੀ ਉੱਤਰ ਹੈ ਉਪਰੋਕਤ ਦੋਨੋਂ, ਭਾਵ ਸੂਰਜ ਦੀ ਰੋਸ਼ਨੀ ਅਤੇ ਹਵਾ। ਭਾਰਤ ਦੇ ਨਕਸ਼ੇ ਵਿੱਚ ਦੇਖ ਕੇ ਦੱਸੋ ਕਿ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ? ਕਰਨਾਟਕਾ, ਪੰਜਾਬ, ਹਿਮਾਚਲ ਪ੍ਰਦੇਸ਼, ਉੜੀਸਾ। ਸਹੀ ਉੱਤਰ ਹੈ ਕਰਨਾਟਕ। ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਮੰਨਿਆ ਜਾਂਦਾ ਹੈ? ਆਪਸ਼ਨਸ ਨੇ 14ਵੀਂ ਸਦੀ, 15ਵੀਂ ਸਦੀ, 16ਵੀਂ ਸਦੀ, 17ਵੀਂ ਸਦੀ। ਸਹੀ ਉੱਤਰ ਹੈ 16ਵੀਂ ਸਦੀ। ਅਗਲਾ ਪ੍ਰਸ਼ਨ ਹੈ, ਬੰਗਾਲ ਵਿੱਚ ਸਥਾਈ ਬੰਦੋਬਸਤ ਕਿਸਨੇ ਸ਼ੁਰੂ ਕੀਤਾ ਸੀ?
ਲਾਰਡ ਕਾਰਨਵਾਲਿਸ, ਲਾਰਡ ਡਲਹੌਜ਼ੀ, ਵਾਰਨ ਹੇਸਟਿੰਗਸ, ਥਾਮਸ ਮੁਨਰੋ। ਤਾਂ ਬੱਚਿਓ ਬੰਗਾਲ ਵਿੱਚ ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ। ਆਦੀਵਾਸੀ ਕਬੀਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਕਿਸ ਕਬੀਲੇ ਦੀ ਸੀ? ਭੀਲ, ਸੰਥਾਲ, ਗੋਂਡ, ਮੀਜ਼ੋ। ਸਹੀ ਉੱਤਰ ਹੈ ਗੋਂਡ। ਪਟਸਨ ਉਦਯੋਗ ਦਾ ਪਹਿਲਾ ਕਾਰਖਾਨਾ ਕਦੋਂ ਲਗਾਇਆ ਗਿਆ ਸੀ? 1980 ਈਸਵੀ, 1854 ਈਸਵੀ, 1950 ਈਸਵੀ, 1977 ਈਸਵੀ। ਸਾਡਾ ਸਹੀ ਉੱਤਰ ਹੈ 1854 ਈਸਵੀ। ਲੈਪਸ ਦੀ ਨੀਤੀ ਕਿਸਨੇ ਲਾਗੂ ਕੀਤੀ ਸੀ? ਲਾਰਡ ਕਾਰਨਵਾਲਿਸ, ਲਾਰਡ ਡਲਹੌਜ਼ੀ, ਵਾਰਨ ਹੇਸਟਿੰਗਸ, ਥਾਮਸ ਮੁਨਰੋ। ਤਾਂ ਪਿਆਰੇ ਬੱਚਿਓ ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਨੇ ਲਾਗੂ ਕੀਤੀ ਸੀ। ਕੌਫੀ ਦਾ ਪਹਿਲਾ ਬਾਗ ਕਿੱਥੇ ਲਗਾਇਆ ਗਿਆ ਸੀ? ਉੱਤਰੀ ਭਾਰਤ, ਦੱਖਣੀ ਭਾਰਤ, ਪੂਰਬੀ ਭਾਰਤ, ਪੱਛਮੀ ਭਾਰਤ। ਕੌਫੀ ਦਾ ਪਹਿਲਾ ਬਾਗ ਦੱਖਣੀ ਭਾਰਤ ਵਿੱਚ ਲਗਾਇਆ ਗਿਆ ਸੀ। ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ? 5ਵੀਂ, 10ਵੀਂ, 8ਵੀਂ, 12ਵੀਂ। ਤਾਂ ਬੱਚਿਓ ਜਿਹੜਾ ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਹੈ ਉਹ 8ਵੀਂ ਤੱਕ ਲਾਗੂ ਕੀਤਾ ਗਿਆ ਹੈ। ਸੰਵਿਧਾਨ ਦੇ ਕਿਹੜੇ ਅਨੁਛੇਦ 'ਚ ਭਾਰਤੀ ਨਾਗਰਿਕਾਂ ਨੂੰ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ? ਅਨੁਛੇਦ 46, ਅਨੁਛੇਦ 60, ਅਨੁਛੇਦ 80, ਅਨੁਛੇਦ 19। ਤਾਂ ਆਨਸਰ ਹੈ ਸਾਡਾ ਅਨੁਛੇਦ 19। ਪਿਆਰੇ ਬੱਚਿਓ ਮੈਨੂੰ ਉਮੀਦ ਹੈ ਤੁਹਾਨੂੰ ਸਾਰੇ ਆਨਸਰ ਸਮਝ ਆ ਗਏ ਹੋਣਗੇ। ਧੰਨਵਾਦ।